गावे, सो जस तेरा गावे, सो जस तेरा गावे, सो जस तेरा गावे। जिसनो बख्श ले मेरे प्यारे, जिसनो बख्श लहे मेरे प्यारे, जिसनो बख्श ले मेरे प्यारे, जिसनो बख्श लहे मेरे प्यारे, सो जस तेरा गावे, सो जस तेरा गावे, सो जस तेरा गावे, सो जस तेरा गावे, जिसनो बख्श ले मेरे प्यारे, जिसनो बख्श लहे मेरे प्यारे, हाँ जिसनो बख्श ले मेरे प्यारे, जिसनो बख्श लहे मेरे प्यारे, सो जस तेरा गावे, 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 ਸੋ ਗੁਰੂ ਰੂਪ, ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀਓ, ਕੀਰਤਨ ਦੀ ਇੰਨੀ ਕੁ ਸੇਵਾ ਪ੍ਰਵਾਨ ਕਰ ਲੈਣੀ। ਕੀਰਤਨ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਸਾਧ ਸੰਗਤ ਜੀਓ ਜਥੇ ਕੋਲੋਂ ਹੋ ਗਈਆਂ ਹੋਣਗੀਆਂ। ਹੋਈਆਂ ਗਲਤੀਆਂ ਭੁੱਲਾਂ ਦੀ ਆਪ ਸੰਗਤ ਨੇ ਮਾਫੀ ਬਖਸ਼ ਦੇਣੀ, ਸੰਗਤ ਬਖਸ਼ਣ ਯੋਗ ਹੈ। ਸੋ ਸਾਧ ਸੰਗਤ ਜੀਓ ਸ਼ਬਦ ਗਾਇਨ ਕੀਤਾ ਜਾ ਰਿਹਾ ਸੀ, ਜਿਸ ਨੂੰ ਬਖਸ਼ ਲਹੈ ਮੇਰੇ ਪਿਆਰੇ, ਕਰੋ ਕਿਰਪਾ ਜੀ, ਸੋ ਜਸ, ਆਵਾਜ਼ ਦੇ ਕੇ ਕਹੋ ਜਰਾ ਜੀ, ਸੋ ਜਸ ਤੇਰਾ ਗਾਵੇ। ਇਹ ਮਾਲਕ ਜੀ ਜਿਸ ਨੂੰ ਤੂੰ ਬਖਸ਼ੇ ਉਹੀਓ ਤੇਰਾ ਜਸ ਗਾ ਸਕਦਾ ਹੈ। ਪਾਤਸ਼ਾਹ ਕਹਿੰਦੇ ਨੇ, ਜਾਂ ਆਪ ਕਿਰਪਾਲ ਹੋਵੇ ਹਰ ਸੁਆਮੀ, ਤਾਂ ਆਪਣਾ ਨਾਉ ਹਰ ਆਪ ਜਪਾਵੇ। ਸੋ ਆਪ ਕਿਰਪਾ ਕਰਕੇ ਸਾਧ ਸੰਗਤ ਜੀਓ ਪਰਮਾਤਮਾ ਆਪਣਾ ਨਾਮ ਆਪ ਜਪਾਉਂਦਾ ਹੈ। ਮੈਂ ਵੀਰ ਜੀ ਨੂੰ ਬੇਨਤੀ ਕੀਤੀ ਸੀ ਵੀ ਸਾਧ ਸੰਤ, ਸਾਧ ਤੇ ਸੰਤ ਸਾਧ ਸੰਗਤ ਜੀ ਅੱਜ ਇਹ ਪ੍ਰਕਰਣ ਰੱਖਿਓ ਵੀ ਭਾਈ ਸਾਹਿਬ ਜੀ ਨੇ ਸ਼ਬਦ ਗਾਇਨ ਕੀਤਾ ਸੀ, ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੈ ਤੇਤਾ ਬਖਿਆ। ਨੇ ਕਹਿੰਦੇ ਜਿੰਨਾ ਕੁ ਸੁਣਿਆ ਹੈ ਨਾ ਜੀ ਸਾਧ ਬਾਰੇ ਤੇ ਉਨਾ ਕੀ ਲਿਖਿਆ ਗਿਆ, ਪਰ ਕਹਿੰਦੇ ਵੀ ਵੇਦ ਵੀ ਸਾਧ ਦੀ ਪੂਰਨ ਜਿਹੜੀ ਮਹਿਮਾ ਹੈ ਉਹ ਨਹੀਂ ਜਾਣਦਾ। ਧੰਨ ਗੁਰੂ ਅਰਜਨ ਪਾਤਸ਼ਾਹ ਕਹਿ ਕੇ ਗਏ ਨੇ, ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੈ ਤੇਤਾ ਬਖਿਆ। ਤੇ ਕਬੀਰ ਜੀ ਕਹਿੰਦੇ ਨੇ, ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਪਰ ਅਗਲੀ ਗੱਲ ਕੀ ਕਹੀ ਜੇ, ਏਕ ਜੋ ਸਾਧੂ ਮੋਹੇ ਮਿਲਿਓ, ਤਿਨ ਲੀਆ ਅੰਚਲ ਲਾ। ਬੜੀ ਵੱਡੀ ਗੱਲ ਕਹਿ ਗਏ ਨੇ ਕਬੀਰ ਜੀ। ਸਾਧ ਸੰਗਤ ਜੀ ਮੈਂ ਸਮਾਪਤੀ ਵੱਲ ਆ ਰਿਹਾ, ਇਸ ਗੱਲ ਤੇ ਜਰਾ ਥੋੜਾ ਜ਼ੋਰ ਪਾ ਕੇ ਜਰਾ ਸੁਰਤ ਟਿਕਾ ਕੇ ਸੁਣਨਾ ਕਰਿਓ। ਪਹਿਲੀ ਗੱਲ ਕਹੀ ਵੀ ਇੱਕ ਗੱਲ ਤਾਂ ਇਹ ਪੱਕੀ ਹੈ ਵੀ ਜਮ ਕਾ ਠੇਂਗਾ ਬੁਰਾ ਹੈ, ਤੇਰੇ ਕੋਲੋਂ ਝੱਲਿਆ ਨਹੀਂ ਜਾਣਾ, ਉਹ ਨਹੀਂ ਸਹਿਆ ਜਾਏ। ਪਰ ਦੂਜੀ ਗੱਲ ਕਹਿੰਦੇ, ਪਰ ਆ ਡਰੀ ਨਾ, ਘਬਰਾਈ ਨਾ, ਡੋਲੀ ਨਾ, ਏਕ ਜੋ ਸਾਧੂ ਮੋਹੇ ਮਿਲਿਓ, ਤਿਨ ਲੀਆ ਅੰਚਨ ਲਾਏ। ਮੁਕਤਾ ਭੈਣ ਜੀ ਸਾਹਮਣੇ ਬੈਠੇ ਨੇ, ਇਹਨਾਂ ਦੀ ਕਈ ਗੱਲ ਮੈਨੂੰ ਚੇਤੇ ਆ ਜਾਂਦੀ ਬਾਰ-ਬਾਰ। ਸਾਧ ਸੰਗਤ ਜੀ ਸਾਧੂ ਦਾ ਨਾ ਜਾਣ ਤੋਂ ਬਾਅਦ ਹੀ ਪਤਾ ਲੱਗਦਾ ਵੀ ਸਾਧੂ ਸੀ। ਸ਼ਾਇਦ ਸਾਧੂ ਜਦੋਂ ਸਰੀਰ ਕਰਕੇ ਵਿਚਰਦਾ ਹੈ ਤੇ ਸਾਧੂ ਦਾ ਪਤਾ ਨਹੀਂ ਜੇ ਲੱਗਦਾ, ਨਹੀਂ ਜੇ ਸਮਝ ਆਉਂਦੀ, ਪਰ ਜਦੋਂ ਤੁਰ ਜਾਂਦਾ ਹੈ ਨਾ ਜੀ ਫਿਰ ਪਤਾ ਲੱਗਦਾ ਵੀ ਜੀਵਨ ਤੋਂ ਕੋਈ ਚਲਾ ਗਿਆ। ਏਕ ਜੋ ਸਾਧੂ ਮੋਹੇ ਮਿਲਿਓ, ਤਿਨ ਲੀਆ ਅੰਚਲ ਲਾਏ। ਸੋ ਸਾਧ ਸੰਗਤ ਜੀ ਇੰਨੀ ਕੁ ਸੇਵਾ ਪ੍ਰਵਾਨ। ਹੁਣ ਮੈਂ ਬੇਨਤੀ ਕਰਾਂਗਾ ਬਹੁਤ ਹੀ ਸਤਿਕਾਰਯੋਗ ਸਰਦਾਰ ਜਸਪਾਲ ਸਿੰਘ ਜੀ ਸਿੱਧੂ, ਜੋ ਕਿ ਸਾਧ ਸੰਗਤ ਜੀਓ ਅਕਾਲ ਅਕੈਡਮੀ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ,
ਸੰਤ ਬਾਬਾ ਅਤਰ ਸਿੰਘ ਜੀ, ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਇਹ ਬਹੁਤ ਵੱਡੀਆਂ ਹਸਤੀਆਂ ਹੋਈਆਂ ਨੇ ਸਾਧ ਸੰਗਤ ਜੀ, ਜਿਨ੍ਹਾਂ ਨਾ ਵਿਸਰੈ ਨਾਮ। ਇੱਕ ਸਵਾਲ ਹੈ ਸਾਧ ਸੰਗਤ ਜੀ, ਆ ਰਹੇ ਨੇ ਭਾਈ ਸਾਹਿਬ ਜੀ, ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ। ਮਹਾਰਾਜ ਜੀ, ਜਿਨ੍ਹਾਂ ਨੂੰ ਤੁਹਾਡਾ ਨਾਮ ਨਹੀਂ ਵਿਸਰਦਾ ਉਹ ਕਿਹੋ ਜਿਹੇ ਨੇ? ਭੇਦ ਨਾ ਜਾਣੋ ਮੂਲ ਸਾਈਂ ਜਿਹਿਆ। ਕਹਿੰਦੇ ਭੇਦ ਇੱਕ ਮਾਤਰ ਵੀ ਨਹੀਂ, ਸਾਧੂ ਤੇ ਸਾਈਂ ਚ ਸਾਧ ਸੰਗਤ ਜੀ ਭੇਦ ਕੋਈ ਨਹੀਂ। ਮੈਂ ਬੇਨਤੀ ਕਰਾਂਗਾ, ਬਹੁਤ ਹੀ ਸਤਿਕਾਰਯੋਗ ਸਰਦਾਰ ਜਸਪਾਲ ਸਿੰਘ ਜੀ ਸਿੱਧੂ ਸਹਿਯੋਗੀ ਨੇ ਸਾਧ ਸੰਗਤ ਜੀਓ, ਪਰਉਪਕਾਰੀ ਨੇ ਆਪ ਜੀ ਨਾਲ, ਉਹ ਬਚਨਾਂ ਦੀ ਸਾਂਝ ਪਾਉਣਗੇ। ਸਾਰੀ ਸੰਗਤ ਨੇ ਧਿਆਨ ਨਾਲ ਸਰਵਣ ਕਰਨਾ। ਬਹੁਤ ਹੀ ਸਤਿਕਾਰਯੋਗ ਬਾਬਾ ਜੀ ਡਾਕਟਰ ਦਵਿੰਦਰ ਸਿੰਘ ਜੀ ਸੰਗਤ 'ਚ ਬੈਠੇ ਨੇ, ਉਹ ਵੀ ਆਪ ਜੀ ਨਾਲ ਹੋਣਗੇ, ਸੰਬੋਧਨ ਕਰਨਗੇ ਆਪ ਜੀ ਨੂੰ। ਆਪ ਸਾਰੀ ਸੰਗਤ ਨੇ ਧਿਆਨ ਨਾਲ ਸਰਵਣ ਕਰਨਾ ਜੀ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਨੂੰ ਕਲੀਵਲੈਂਡ ਪਹੁੰਚ ਕੇ ਆਪ ਜੀ ਦੇ ਗੁਰੂ ਘਰ ਆ ਕੇ ਆਪ ਜੀ ਦੇ ਦਰਸ਼ਨ ਕਰਨ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ। ਇੱਥੇ ਇਹ ਸੰਸਥਾ ਦਾ ਸੰਤ ਅਤਰ ਸਿੰਘ ਜੀ ਮਹਾਰਾਜ ਵੱਲੋਂ ਚਲਾਈ ਹੋਈ ਇੱਕ ਸੰਸਥਾ ਦਾ ਸੁਨੇਹਾ ਲੈ ਕੇ ਅਸੀਂ ਆਪ ਜੀ ਦੇ ਰੂਬਰੂ ਹੋਏ ਹਾਂ। ਇੱਕ ਐਸੀ ਸੰਸਥਾ ਜਿਹਦੀ ਵਿਜ਼ਨ 1904 ਦੇ ਵਿੱਚ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇ, ਜਿਹੜੇ ਕਿ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਹੋਏ ਸੀ, ਉਹਨਾਂ ਨੇ ਇਹ ਵਿਜ਼ਨ ਸਾਡੀ ਸਿੱਖ ਕੌਮ ਨੂੰ ਦਿੱਤੀ ਸੀ ਉਸ ਟਾਈਮ ਕਿ ਜੋ ਆਉਣ ਵਾਲਾ ਯੁੱਗ ਹੈ ਉਹ ਸਾਇੰਸ ਦਾ ਯੁੱਗ ਹੈ, ਔਰ ਸਾਡੇ ਜੋ ਬੱਚੇ ਨੇ ਇਹ ਐਜੂਕੇਟਡ ਹੋਣੇ ਵੀ ਬਹੁਤ ਜ਼ਰੂਰੀ ਨੇ, ਤੇ ਨਾਲ ਹੀ ਇਹ ਬੱਚਿਆਂ ਦੇ ਅਧਿਆਤਮਿਕ ਹੋਣਾ ਵੀ ਬਹੁਤ ਜ਼ਰੂਰੀ ਹੈ। ਉਹ ਮਿਸ਼ਨ ਨੂੰ ਲੈ ਕੇ ਉਹਨਾਂ ਨੇ 1906 ਦੇ ਵਿੱਚ ਇੱਕ ਗਰਲਸ ਕਾਲਜ ਸ਼ੁਰੂ ਕੀਤਾ ਮਸਤੂਆਣਾ ਸਾਹਿਬ ਦੇ ਵਿੱਚ, ਔਰ ਉਹਨਾਂ ਦੇ ਸੇਵਕ ਸੰਤ ਤੇਜਾ ਸਿੰਘ ਜੀ ਨੇ, ਜੋ ਕਿ ਉਸ ਟਾਈਮ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਸੀ। ਅੱਗੇ ਸੰਤ ਅਤਰ ਸਿੰਘ ਜੀ ਤੋਂ ਬਾਅਦ ਉਹਨਾਂ ਨੇ ਸੇਵਾ ਸੰਭਾਲ ਸਾਂਭੀ, ਤੇ ਉਹਨਾਂ ਨੇ ਬੜੂ ਸਾਹਿਬ ਦੀ ਧਰਤੀ ਨੂੰ ਪ੍ਰਗਟ ਕੀਤਾ। ਔਰ ਆਪ ਜੀ ਨੇ ਕਈ ਵਾਰੀ ਦਰਸ਼ਨ ਵੀ ਕੀਤੇ ਹੋਣਗੇ ਬਾਬਾ ਇਕਬਾਲ ਸਿੰਘ ਜੀ ਦੇ, ਬਹੁਤ ਵਾਰੀ ਅਮਰੀਕਾ ਦੇ ਵਿਜ਼ਿਟ 'ਤੇ ਆਏ ਨੇ ਉਹ। ਉਹਨਾਂ ਦੇ ਸੇਵਕ ਸੀ ਬਾਬਾ ਇਕਬਾਲ ਸਿੰਘ ਜੀ, ਜਿਨ੍ਹਾਂ ਨੇ ਕਿ 1986 ਦੇ ਵਿੱਚ 5 ਬੱਚਿਆਂ ਦੇ ਨਾਲ ਬੜੂ ਸਾਹਿਬ ਦੇ ਵਿੱਚ ਸਕੂਲ ਸ਼ੁਰੂ ਕੀਤਾ, ਤੇ ਜਿਹੜੀ ਫੁਲਵਾੜੀ ਅੱਜ ਵੱਧ ਕੇ 129 ਸਕੂਲ, 2 ਯੂਨੀਵਰਸਿਟੀਆਂ, ਇੰਜੀਨੀਅਰਿੰਗ ਕਾਲਜ, ਨਰਸਿੰਗ ਕਾਲਜ, ਡੀ ਐਡਿਕਸ਼ਨ ਸੈਂਟਰਸ, ਉਹ ਬਹੁਤ ਵੱਡੀ ਫੁਲਵਾੜੀ ਉਹ ਹੋ ਚੁੱਕੀ ਹੈ। ਬਾਬਾ ਇਕਬਾਲ ਸਿੰਘ ਜੀ 29 ਜਨਵਰੀ ਨੂੰ ਇਸ ਸੰਸਾਰਿਕ ਯਾਤਰਾ ਨੂੰ ਪੂਰੀ ਕਰਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਬਿਰਾਜਮਾਨ ਹੋ ਗਏ। ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਬਾਣੀ ਦਾ ਜੋ ਫਰਮਾਨ ਹੈ, ਔਰ ਸੰਸਥਾ ਨੇ ਔਰ ਬਾਬਾ ਇਕਬਾਲ ਸਿੰਘ ਜੀ ਦਾ ਜੋ ਆਸ਼ਾ ਸੀ ਕਿ ਉਹਨਾਂ ਨੇ ਉਹ ਸੇਵਾ ਸੰਭਾਲ ਅੱਗੇ ਬਾਬਾ ਡਾਕਟਰ ਦਵਿੰਦਰ ਸਿੰਘ ਜੀ ਨੂੰ ਸੌਂਪ ਦਿੱਤੀ, ਜੋ ਕਿ ਬਾਬਾ ਡਾਕਟਰ ਦਵਿੰਦਰ ਸਿੰਘ ਜੀ ਅੱਜ ਸਾਡੇ ਵਿੱਚ ਬਿਰਾਜਮਾਨ ਨੇ। ਇੰਡੀਆ ਤੋਂ ਸਪੈਸ਼ਲੀ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਆਏ ਹੋਏ ਨੇ। ਬਾਬਾ ਡਾਕਟਰ ਦਵਿੰਦਰ ਸਿੰਘ ਜੀ ਆਪਣੀ ਮੈਡੀਕਲ ਦੀ ਪੜ੍ਹਾਈ, ਇਹਨਾਂ ਨੇ ਡਾਕਟਰੀ ਦੀ ਪੜ੍ਹਾਈ MBBS ਦੀ ਮਲਿਆਣਾ ਆਜ਼ਾਦ ਕਾਲਜ ਦਿੱਲੀ ਤੋਂ ਕੀਤੀ ਸੀ। ਉਸ ਤੋਂ ਬਾਅਦ MD ਕੀਤੀ, ਤੇ ਬਾਬਾ ਇਕਬਾਲ ਸਿੰਘ ਜੀ ਦੇ ਨਾਲ 1986 ਦੇ ਵਿੱਚ ਬਾਬਾ ਇਕਬਾਲ ਸਿੰਘ ਜੀ ਦੇ ਇਨ ਕੰਟੈਕਟ ਵਿੱਚ ਆਏ ਇਹ, ਔਰ 1986 ਤੋਂ ਲੈ ਕੇ ਕਈ ਸਾਲ ਇਹ ਬੜੂ ਸਾਹਿਬ ਆਉਂਦੇ ਜਾਂਦੇ ਰਹੇ, ਤੇ 1993 ਦੇ ਵਿੱਚ ਬਾਬਾ ਇਕਬਾਲ ਸਿੰਘ ਜੀ ਦੇ ਹੁਕਮਾਂ ਅਨੁਸਾਰ ਇਹ ਬੜੂ ਸਾਹਿਬ ਦੇ ਵਿੱਚ ਆਪਣੀ ਫੈਮਿਲੀ ਦੇ ਨਾਲ, ਆਪਣੀ ਇੱਕ ਛੋਟੀ ਬੱਚੀ ਨੂੰ ਨਾਲ ਲੈ ਕੇ ਉੱਥੇ ਬੜੂ ਸਾਹਿਬ ਦੇ ਵਿੱਚ ਮੂਵ ਕਰ ਗਏ। ਪਹਿਲਾਂ ਆਪ ਜੀ ਨੂੰ ਬੱਚਿਆਂ ਦੇ ਮੈਡੀਕਲ ਦਾ ਹਸਪੀਟਲ ਦੀ ਸੇਵਾ ਦਿੱਤੀ ਗਈ, ਪਰ ਬਾਅਦ ਦੇ ਵਿੱਚ ਆਪ ਜੀ ਨੂੰ ਉਸ ਸਕੂਲ ਦੇ ਪ੍ਰਿੰਸੀਪਲ ਬਣਾ ਦਿੱਤਾ ਗਿਆ, ਬੜੂ ਸਾਹਿਬ ਦੇ ਸਕੂਲ ਦਾ, ਔਰ ਅਣਥੱਕ ਸੇਵਾ
ਆਪ ਜੀ ਨੇ ਇਸ ਸੰਸਥਾ ਦੇ ਵਿੱਚ ਨਿਭਾਈ ਹੈ। ਮੈਂ ਸੈਕਰਾਮੈਂਟੋ ਰਹਿਣਾ, ਮੈਂ 1990 ਤੋਂ 90 ਤੋਂ ਲੈ ਕੇ ਮੈਂ ਅਮਰੀਕਾ ਦੇ ਵਿੱਚ ਰਹਿ ਰਿਹਾ। ਮੇਰੀਆਂ 3 ਬੱਚੀਆਂ ਉਸੇ ਸਕੂਲ ਦੇ ਵਿੱਚ ਪੜ੍ਹੀਆਂ ਨੇ ਅਤੇ ਉਹਨਾਂ ਦੇ ਪ੍ਰਿੰਸੀਪਲ ਸੀ ਡਾਕਟਰ ਬਾਬਾ ਦਵਿੰਦਰ ਸਿੰਘ ਜੀ। ਸੋ 99 ਦੇ ਵਿੱਚ ਮੈਂ ਆਪਣੀਆਂ ਬੱਚੀਆਂ ਨੂੰ ਉੱਥੇ ਛੱਡ ਕੇ ਆਇਆ ਸੀ ਬੜੂ ਸਾਹਿਬ ਦੇ ਵਿੱਚ ਹੋਸਟਲ ਦੇ ਵਿੱਚ। ਉਦੋਂ ਤੋਂ ਹੀ ਮੇਰਾ ਇਸ ਸੰਸਥਾ ਦੇ ਨਾਲ ਵਾਸਤਾ ਪਿਆ ਔਰ ਮੈਂ ਬੜਾ ਹੀ ਇੰਪ੍ਰੈਸ ਹੋਇਆ ਇਸ ਸੰਸਥਾ ਤੋਂ, ਆਪਣੇ ਨਾ ਕਿ ਸਿਰਫ ਆਪਣੇ ਬੱਚਿਆਂ ਦੀ ਪੜ੍ਹਾਈ ਦੇਖ ਕੇ ਬਲਕਿ ਜੋ ਇਸ ਸੰਸਥਾ ਨੇ ਓਵਰਆਲ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਇੰਨੇ ਸਕੂਲ ਖੋਲ੍ਹ ਕੇ ਜੋ ਪਿੰਡਾਂ ਦੇ ਬੱਚਿਆਂ ਦੀ ਲਾਈਫ ਚੇਂਜ ਕੀਤੀ ਹੈ, ਉਹਨਾਂ ਨੂੰ ਕਿਤੋਂ ਤੋਂ ਕਿਤੇ ਪਹੁੰਚਾਇਆ। ਅੱਜ ਹੀ ਮੈਂ ਮੁਕਤਾ ਭੈਣ ਜੀ ਨਾਲ ਗੱਲ ਕਰ ਰਿਹਾ ਸੀ, ਸਾਡੀ ਰਿਸ਼ਤੇਦਾਰੀ ਦੇ ਵਿੱਚੋਂ ਹੀ ਇੱਕ ਬੱਚੀ ਜਿਹੜੀ ਬੜੂ ਸਾਹਿਬ 6ਵੀਂ ਕਲਾਸ ਦੇ ਵਿੱਚ ਚਲੀ ਗਈ ਸੀ, ਉਹਨੇ 12ਵੀਂ ਤੱਕ ਬੜੂ ਸਾਹਿਬ ਦੇ ਵਿੱਚੋਂ ਪੜ੍ਹਾਈ ਕੀਤੀ। ਬਾਅਦ ਦੇ ਵਿੱਚ ਉਹਨੇ ਬੋਟਨੀ ਦੇ ਵਿੱਚ ਆਪਣੀ BA ਕੀਤੀ, BSc ਬੋਟਨੀ ਦੇ ਵਿੱਚ ਕੀਤੀ ਉਹਨੇ ਅਕਾਲ ਯੂਨੀਵਰਸਿਟੀ ਤੋਂ, ਅਤੇ ਅੱਜ ਉਹ ਅਮਰੀਕਾ ਦੇ ਵਿੱਚ ਵਿਦ ਫੁੱਲ ਸਕੋਲਰਸ਼ਿਪ ਵਿਦ $2700 ਦਾ ਸਟਾਈਫਨ ਲੈ ਕੇ ਉਹ ਅਮਰੀਕਾ ਦੀ ਕੈਰੋਲਿਨਾ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਵਾਸਤੇ ਆਈ ਹੋਈ ਹੈ। ਮੇਰੀ ਅੱਜ ਹੀ ਸਵੇਰੇ ਉਹਦੇ ਨਾਲ ਗੱਲ ਹੋਈ। ਇਸ ਤਰ੍ਹਾਂ ਦੇ ਬੱਚੇ ਜਿਹੜੇ ਹੈ ਇਹ ਇਸ ਸੰਸਥਾ ਨੇ ਪੈਦਾ ਕੀਤੇ ਨੇ। ਅੱਜ ਨਾ ਕਿ ਸਿਰਫ ਉਹ ਨਾਰਥ ਕੈਰੋਲਿਨਾ ਦੇ ਵਿੱਚ ਮਾਸਟਰਸ ਦੀ, ਉਹਨੂੰ ਮੈਂ ਸਵੇਰੇ ਹੁਣੀ ਮੈਂ ਗੱਲ ਕੀਤੀ ਤਾਂ ਪਤਾ ਲੱਗਿਆ ਕਿ ਲੁਜ਼ੀਆਨਾ ਦੀ ਯੂਨੀਵਰਸਿਟੀ ਤੋਂ ਉਹਨੂੰ PhD ਦੀ ਆਫਰ ਆਈ ਹੈ। ਸ਼ੀ ਇਜ਼ ਔਨ ਦਾ ਨੈਗੋਸ਼ੀਏਟਿੰਗ ਟੇਬਲ ਨਾਓ ਵਿਦ ਦਾ ਯੂਨੀਵਰਸਿਟੀਜ਼ ਕਿ ਮੈਂ ਇੱਥੇ ਜਾਣਾ ਜਾਂ ਉੱਥੇ ਜਾਣਾ, ਯੂਨੀਵਰਸਿਟੀ 'ਤੇ ਮਰਜ਼ੀ। ਸ਼ੀ ਇਜ਼ ਔਨ ਏ ਮਤਲਬ ਕਿ ਨੈਗੋਸ਼ੀਏਟਿੰਗ ਟੇਬਲ 'ਤੇ, ਮਤਲਬ ਕਿ ਉਹਦੇ ਕੋਲ ਪਾਵਰ ਆ ਵੀ ਉਹਨੇ ਇਸ ਯੂਨੀਵਰਸਿਟੀ ਜਾਣਾ ਕਿ ਉਸ ਜਾਣਾ। ਇਸ ਤਰ੍ਹਾਂ ਦੇ ਬੱਚੇ ਇਹਨਾਂ ਯੂਨੀਵਰਸਿਟੀਜ਼ ਨੇ ਅਤੇ ਇਹਨਾਂ ਸਕੂਲਾਂ ਨੇ ਪੈਦਾ ਕੀਤੇ ਨੇ। ਸੋ ਮੈਂ ਬਹੁਤਾ ਟਾਈਮ ਨਾ ਲੈਂਦਾ ਹੋਇਆ ਬਾਬਾ ਡਾਕਟਰ ਦਵਿੰਦਰ ਸਿੰਘ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਸਟੇਜ 'ਤੇ ਆਉਣ ਅਤੇ ਸੰਗਤਾਂ ਦੇ ਰੂਬਰੂ ਹੋਣ। ਇੰਨੀਆਂ ਬੇਨਤੀਆਂ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ, ਰਸਨਾ ਪਵਿੱਤਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਦਾਸ ਤਹਿ ਦਿਲੋਂ ਧੰਨਵਾਦ ਕਰਦਾ ਹੈ ਕਲੀਵਲੈਂਡ ਦੇ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ, ਸਮੁੱਚੀ ਸੰਗਤ ਦਾ ਜਿਨ੍ਹਾਂ ਨੇ ਦਾਸ ਨੂੰ ਇੱਥੇ ਨਿਵਾਜਿਆ ਹੈ ਅਤੇ ਪੂਜਨੀਕ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਹੈ। ਸਾਧ ਸੰਗਤ ਜੀ, ਜਿਸ ਤਰ੍ਹਾਂ ਹੁਣੇ ਭਾਈ ਸਾਹਿਬ ਫੁਰਮਾਨ ਕਰ ਰਹੇ ਸੀ, ਸਾਧ ਕੀ ਮਹਿਮਾ ਬੇਦ ਨਾ ਜਾਣੈ, ਜੇਤਾ ਸੁਣੇ ਤੇਤਾ ਬਖਿਆਣੈ। ਸਾਧ ਸੰਗਤ ਜੀ, ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਮਹਾਪੁਰਸ਼ਾਂ ਦੀ ਸੰਗਤ ਦੀ ਛੋਹ ਪ੍ਰਾਪਤ ਹੁੰਦੀ ਹੈ। ਦਾਸ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਦਾਸ ਨੇ ਇਹ ਰਿਅਲਾਈਜ਼ ਕੀਤਾ ਹੈ, ਆਮ ਜੋ ਜ਼ਿੰਦਗੀ, ਦਾਸ ਇਸ ਨੂੰ ਕਈ ਵਾਰੀ ਕੀੜੇ ਮਕੌੜਿਆਂ ਦੀ ਜ਼ਿੰਦਗੀ ਕਹਿੰਦਾ ਹੈ, ਦਾਸ ਬਿਤਾ ਰਿਹਾ ਸੀ ਦਿੱਲੀ ਸ਼ਹਿਰ ਵਿੱਚ। ਮਹਾਪੁਰਸ਼ਾਂ ਦੇ ਦਰਸ਼ਨ ਹੋਏ, ਉਹਨਾਂ ਨੇ ਇਨਾਇਤ ਕੀਤੀ, ਦਾਸ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ ਦਿੱਤਾ। ਸੰਤ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲੇ ਇਸ ਯੁੱਗ ਦੇ ਸ਼੍ਰੋਮਣੀ ਸੰਤ ਹੋਏ ਹਨ। ਉਹਨਾਂ ਨੇ ਘੋਰ ਤਪੱਸਿਆ ਕੀਤੀ। ਪਹਿਲਾਂ ਫੌਜ ਵਿੱਚ ਨੌਕਰੀ ਕਰਦੇ ਸੀ, ਨੌਕਰੀ ਛੱਡ ਕੇ ਬਲੋਚਿਸਤਾਨ ਤੋਂ ਨੰਦੇੜ ਸਾਹਿਬ ਪੈਦਲ ਹੀ ਤੁਰ ਪਏ। ਖੱਬਾ ਪੈਰ ਚੁੱਕਦੇ ਤੇ ਵਾਹ ਕਹਿੰਦੇ, ਸੱਜਾ ਚੁੱਕਦੇ ਤੇ ਗੁਰੂ ਕਹਿੰਦੇ। ਵਾਹਿਗੁਰੂ ਵਾਹਿਗੁਰੂ ਦੀ ਤਾਰ ਇਸ ਤਰ੍ਹਾਂ ਜੁੜ ਜਾਂਦੀ ਕਿ 100 ਕੋਸ ਉਹਨਾਂ ਦੇ ਜੀਵਨੀ ਵਿੱਚ ਸੰਤ ਤੇਜਾ ਸਿੰਘ ਮਹਾਰਾਜ ਜੀ ਲਿਖਦੇ ਹਨ, ਤੁਰਦੇ ਚਲੇ ਜਾਂਦੇ। ਉੱਥੇ ਪਹੁੰਚ ਕੇ ਆਪ ਜੀ ਨੇ
ਇੱਕ ਪੈਰ ਤੇ ਖੜੇ ਹੋ ਕੇ 1.25 ਲੱਖ ਜਪਜੀ ਸਾਹਿਬ ਦੇ ਪਾਠ ਕੀਤੇ। साध संगत जी, जरा सोचिए कितनी तपस्या है। इतना ही नहीं, जब वापस आए नंदेड़ साहब तो पहला ऋषिकेश के जंगलों में बैठ के तपस्या की थी, फिर जो पठोहार का इलाका है, काफ़ी संगत इत्थे उस इलाके की है, उत्थे रावलपिंडी दे कोल एक छोटा जिहा पिंड है कनोहा। उस पिंड तो बाहर जंगल में कुटिया बना ली, तो पहला 6 हफ्ते, फिर 6 महीने, तो फिर 6 साल घोर तपस्या की थी। सारे दिन विच केवल एक बाटी खिचड़ी या दलिया खांदे सी, जो पिंड विचों माता भागां परी ते भाई वजीर सिंह दा परिवार सी, उन्हां दी सेवा कर दिंदा सी। इतनी घोर तपस्या करन तो बाद संत जी महाराज जी ने ये निश्चय कर लिया कि इक्को ही एक तरीका है इस सड़दे बलदे युग विच ठंड पहुँचाने का, इक्को ही एक तरीका है शांति स्थापित करने का, वो है कि असी अपने बच्चों को संभाल लईए। संत जी महाराज जी ने मस्तूआणे विखे 1904 विच लड़कियां दा स्कूल खोलिया। जरा सोचिए असी कितनी विजन सी, कितनी सोच सी। लड़कियां दा स्कूल नहीं खोलिया, सब तो रिमोट पिछड़ा इलाका है अज भी वो इलाका मानसा संगरूर पंजाब दा। उत्थे लड़कियां दी इमेंसिपेशन ऑफ विमेन, कितनी क्लैरिटी सी थॉट दी कि लड़कियां दी पढ़ाई करानी बहुत ज़रूरी है। उन्हां दी एक ये बड़ी वड्डी देन सी कि जो गुरु नानक साहब का ऐलान सी, पंड जंबीए पंड मंगीए पंड मंगन वे आओ, वो ऐलान दोबारा कर दिता संगत अगे कि बई असी अपनी बच्चियां नूं पढ़ाना है। ये इन्हां दी एक कॉन्ट्रीब्यूशन सी। दूसरी कॉन्ट्रीब्यूशन के उन्होंने एजुकेशन नूं नवी सेध दे दिती, एजुकेशन नूं रीडिफाइन कर दिता कि आफ्टर ऑल वॉट इज बीइंग एजुकेटेड ऑल अबाउट। दुनिया दी डिग्रियां इकट्ठियां करना एजुकेशन है, या ऐसे गुण दैवी गुण बच्चों विच पाने एजुकेशन हैं जिन्हां नाल हो अपने ते अपने परिवार तो इलावा लुकाई दा भी भला कर सकन। संत जी महाराज जी ने जिस तरह हुणे भाई जसपाल सिंह जी बचन कर रहे सी, ये ऐलान किया कि जे असी केवल ते केवल दुनियावी विद्या बच्चों को देवांगे, दुनियावी पख तो उसनों परपक करांगे, तो फिर बच्चे विच दैवी गुण नहीं आएंगे। सहज सुभाए बच्चे दी हौमे वध जाती है। जो असी इत्थे देख रहे हैं अमरीका विच 4500 यूनिवर्सिटियां हैं। जे दुनियावी डिग्री लैण नाल दुनिया विच शांति स्थापित हो जाती, तो दुनिया विच शांति स्थापित करन वास्ते सब तो अगे अमरीका देश होना चाहिए सी। असी सारे इत्थे रह रहे हैं, भली भांति जाणू हाँ कि किस तरह मैनीपुलेट करके एक्सप्लॉयट करके पूरी दुनिया नूं असे ते राज करन दी, राज स्थापित करन दी जो अंदर खिच बनी हुई है अमरीका दी, उसने कितना नुकसान कर दिता है दुनिया का। साध संगत जी, ये संत अतर सिंह महाराज जी की सोच सी। आप जी ने ये ऐलान कर दिता कि एजुकेशन दी फाउंडेशन अध्यात्म दी होएगी, स्पिरिचुअलिटी दी होएगी। बच्चे दे अंदर पहले दैवी गुण पाए जाणगे, उपरंत उसनों दुनियावी ज्ञान दिता जाएगा। दुनियावी ज्ञान केवल साडे निर्वाह वास्ते है, भावें कोई तरखान है,
ਭਾਵੇਂ ਕੋਈ ਕੌਬਲਰ ਹੈ, ਭਾਵੇਂ ਕੋਈ ਖੇਤੀਬਾੜੀ ਕਰ ਰਿਹਾ ਹੈ, ਤੇ ਭਾਵੇਂ ਕੋਈ ਕਾਰਡੀਅਕ ਸਰਜਨ ਹੈ। ਸੰਤ ਜੀ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਜੋ ਆਦੇਸ਼ ਸੀ ਵਿਦਿਆ ਬਾਰੇ, ਦੁਬਾਰਾ ਉਸ ਨੂੰ ਰੀਸਲੈਕਟ ਕੀਤਾ। ਗੁਰੂ ਨਾਨਕ ਸਾਹਿਬ ਫਰਮਾਨ ਕਰਦੇ ਹਨ, ਪੜ੍ਹਿਆ ਮੂਰਖ ਆਖੀਏ ਜਿਤ ਲਬ ਲੋਭ ਅਹੰਕਾਰ। ਉਹ ਪੜ੍ਹਿਆ ਵਿਅਕਤੀ ਮੂਰਖ ਹੈ। That literate man is a fool, ਜੋ ਜਿਸ ਨੂੰ ਲਾਲਚ ਹੈ, ਲੋਭ ਹੈ, ਔਰ ਉਹ ਅਹੰਕਾਰ ਵਿੱਚ, ਹਉਮੈ ਵਿੱਚ ਗ੍ਰਸਤ ਹੈ, ਮੂਰਖ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਕਬੀਰ ਸਾਹਿਬ ਵੀ ਕਹਿੰਦੇ ਹਨ, ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਡਿਫਾਈਨ ਕਰ ਦਿੱਤਾ ਕਬੀਰ ਸਾਹਿਬ ਨੇ ਕਿ ਅੰਡਰਲਾਈਂਗ ਕਨਸੈਪਟ ਐਜੂਕੇਸ਼ਨ ਦਾ ਉਹ ਹੈ ਕਿ ਸਹਿਜ ਅਵਸਥਾ ਆ ਜਾਏ, ਪੇਸ਼ੈਂਸ ਆ ਜਾਏ, ਟਰਮੋਇਲ ਨਾ ਹੋਏ ਅੰਦਰ। ਜੇ ਸਾਡੇ ਅੰਦਰ, ਸਾਡੇ ਬੱਚਿਆਂ ਦੇ ਅੰਦਰ ਟਰਮੋਇਲ ਰਹੇਗਾ, ਪਰੇਸ਼ਾਨ ਰਹਿਣਗੇ, ਖਿੱਚ ਬਣੀ ਰਹੇਗੀ ਹੋਰ ਪੈਸੇ ਇਕੱਠੇ ਕਰਨ ਦੀ, ਹੋਰ ਮਾਇਆ ਇਕੱਤਰ ਕਰਨ ਦੀ, ਫਿਰ ਸ਼ਾਂਤੀ ਸਥਾਪਿਤ ਨਹੀਂ ਹੋਏਗੀ। ਸੰਤ ਤੇਜਾ ਸਿੰਘ ਮਹਾਰਾਜ ਜੀ, ਜੋ ਸੰਤ ਅਤਰ ਸਿੰਘ ਮਹਾਰਾਜ ਜੀ ਦੇ ਅਨੰਤ ਸੇਵਕ ਸੀ, ਸੰਤ ਜੀ ਮਹਾਰਾਜ ਜੀ ਨੂੰ ਸੰਤਾਂ ਨੇ ਇੰਗਲੈਂਡ ਤੇ ਅਮਰੀਕੇ ਦੇ ਦੌਰੇ ਤੇ ਭੇਜਿਆ, ਤੇ ਨਾਲ ਹੀ ਇਹ ਆਦੇਸ਼ ਕੀਤਾ ਕਿ ਤੁਸੀਂ ਉੱਥੋਂ ਜਾ ਕੇ ਜੋ ਮਾਡਰਨ ਐਜੂਕੇਸ਼ਨ ਹੈ, ਜੋ ਦੁਨਿਆਵੀ ਵਿਦਿਆ ਹੈ, ਉਹ ਸਿੱਖ ਕੇ ਆਓ, ਤੇ ਜਾ ਕੇ ਉਨ ਮੁਲਕਾਂ ਨੂੰ ਦੱਸੋ ਕਿ ਅਧਿਆਤਮ ਕੀ ਚੀਜ਼ ਹੈ। ਅਧਿਆਤਮ ਰਿੱਧੀਆਂ ਸਿੱਧੀਆਂ ਤੋਂ ਬਹੁਤ ਅੱਗੇ ਪਰੇ ਹੈ। ਅਧਿਆਤਮ ਵਿੱਚ ਸਹਿਜ ਅਵਸਥਾ ਆਉਣੀ ਜ਼ਰੂਰੀ ਹੈ। ਸੰਤ ਜੀ ਮਹਾਰਾਜ ਇੱਥੇ ਆਏ, ਬਹੁਤ ਲੰਬਾ ਉਹਨਾਂ ਨੇ ਸਮਾਂ ਇੱਥੇ, ਤਕਰੀਬਨ 6 ਸਾਲ ਇੱਥੇ ਬਿਤਾਏ। ਪਹਿਲੇ ਇੰਗਲੈਂਡ ਵਿੱਚ ਸੰਤ ਜੀ ਮਹਾਰਾਜ ਜੀ ਨੇ ਸ਼ੈਪਰਡ ਬੁਸ਼ ਵਿੱਚ ਗੁਰਦੁਆਰਾ ਸਥਾਪਿਤ ਕੀਤਾ, ਪਹਿਲਾ ਗੁਰਦੁਆਰਾ ਇੰਗਲੈਂਡ ਦਾ। ਅਮਰੀਕਾ ਦਾ ਪਹਿਲਾ ਗੁਰਦੁਆਰਾ ਸਟਾਕਟਨ ਵਿੱਚ ਵੀ ਸੰਤ ਤੇਜਾ ਸਿੰਘ ਮਹਾਰਾਜ ਜੀ ਨੇ ਸਥਾਪਿਤ ਕੀਤਾ। ਬ੍ਰਿਟਿਸ਼ ਕੋਲੰਬੀਆ, ਵੈਨਕੂਵਰ ਵਿੱਚ ਵੀ ਜੋ ਪਹਿਲਾ ਗੁਰਦੁਆਰਾ ਸਥਾਪਿਤ ਹੈ, ਉਹ ਸੰਤ ਤੇਜਾ ਸਿੰਘ ਮਹਾਰਾਜ ਜੀ ਨੇ ਆਪਣੇ ਇਸ਼ਟ ਸੰਤ ਅਤਰ ਸਿੰਘ ਮਹਾਰਾਜ ਜੀ ਦੇ ਹੁਕਮਾਂ ਅਨੁਸਾਰ। ਸੰਤ ਜੀ ਮਹਾਰਾਜ ਨੇ ਕਿਹਾ ਸੀਗਾ, ਜਿੱਥੇ ਜਾਓ ਗੁਰਦੁਆਰੇ ਬਣਾਓ। ਉਹ ਹੁਕਮ ਪਾਲਦਿਆਂ ਹੋਇਆਂ ਆਪ ਜੀ ਨੇ ਗੁਰਦੁਆਰੇ ਬਣਾਏ। ਸੰਤਾਂ ਦਾ ਹੁਕਮ ਮੰਨਦਿਆਂ ਹੋਇਆਂ ਆਪ ਜੀ ਨੇ ਹਾਰਵਰਡ ਯੂਨੀਵਰਸਿਟੀ ਤੋਂ 1912 ਵਿੱਚ ਮਾਸਟਰਸ ਦੀ ਡਿਗਰੀ ਲਈ। ਇੰਗਲਿਸ਼ ਲਿਟਰੇਚਰ ਔਰ ਐਜੂਕੇਸ਼ਨ ਵਿੱਚ ਆਪ ਜੀ ਨੇ ਮਾਸਟਰ ਕੀਤੀ। 2 ਸਾਲ ਦਾ ਕੋਰਸ 1 ਸਾਲ ਵਿੱਚ ਪੂਰਾ ਕਰ ਲਿਆ, ਇਤਨੇ ਆਪ ਜੀ ਦਾ ਇੰਟੈਲੈਕਟ ਸੀ। ਉਸ ਸਮੇਂ ਹੈਨਰੀ ਫੋਰਡ ਨੇ ਨਵੀਂ ਕਾਰ ਕੱਢੀ ਸੀ, ਉਸਦਾ ਬਹੁਤ ਬੋਲਬਾਲਾ ਸੀਗਾ। ਉਚੇਚਾ ਉਸ ਦੇ ਦਰਸ਼ਨ ਕਰਨ ਆਏ ਡੈਟਰੋਇਟ, ਮਿਸ਼ੀਗਨ। ਬੇਨਤੀ ਕੀਤੀ ਉਹਦੇ ਸਕੱਤਰ ਨੂੰ, ਸੈਕਟਰੀ ਨੂੰ, ਕਿ ਮੈਂ 5 ਮਿੰਟ ਵਾਸਤੇ ਮਿਲਣਾ ਚਾਹੁੰਦਾ ਹੈਨਰੀ ਫੋਰਡ ਨੂੰ। ਉਸਨੇ ਉੱਤਰ ਦਿੱਤਾ ਕਿ ਆਪਣੀ ਡਾਇਰੀ ਦੇਖ ਕੇ ਕਿ 5 ਮਿੰਟ ਤੁਹਾਨੂੰ ਮਿਲ ਸਕਦੇ हैं 3 ਮਹੀਨਿਆਂ ਬਾਅਦ, ਇਤਨਾ ਬਿਜ਼ੀ ਹੈ ਉਹ। ਸੰਤਾਂ ਨੇ ਬਚਨ ਕੀਤਾ ਕਿ ਭਈ ਦਾਸ ਨੇ ਤੇ ਚਲੇ ਜਾਣਾ ਹੈ, ਕੁਝ ਸਮੇਂ ਬਾਅਦ ਜੇ ਅੱਜ ਹੀ ਕੁਝ ਸਮਾਂ ਤੁਸੀਂ ਮਿਲਾ ਦਿਓ ਤੇ ਤੁਹਾਡਾ ਪਰਉਪਕਾਰ ਹੋਏਗਾ। ਉਸਨੇ ਫਿਰ ਕਿਹਾ, ਮੈਂ ਹੁਣੇ ਹੈਨਰੀ ਫੋਰਡ ਆਪਣਾ ਨਾਸ਼ਤਾ ਕਰਕੇ ਉਸਨੇ ਕਿਸੇ ਮੀਟਿੰਗ ਤੇ ਜਾਣਾ ਹੈ, 5 ਮਿੰਟ ਦਾ ਸਫ਼ਰ ਹੈ, ਮੈਂ ਪੁੱਛ ਲੈਂਦਾ ਹੈਨਰੀ ਫੋਰਡ ਨੂੰ, ਜੇ ਉਸ ਕੋਲ ਟਾਈਮ ਹੈ ਤਾਂ ਤੁਹਾਨੂੰ ਨਾਲ ਬਿਠਾ ਲਏਗਾ। ਉਸਨੇ ਆਗਿਆ ਦੇ ਦਿੱਤੀ, ਪ੍ਰੇਮ ਨਾਲ ਬਿਠਾ ਲਿਆ। ਸੰਤ ਜੀ ਮਹਾਰਾਜ ਜੀ ਨੇ ਉਸ ਨੂੰ ਸਵਾਲ ਕੀਤਾ ਕਿ ਤੁਸੀਂ ਰੋਜ਼ ਦਾ ਕਿਤਨਾ ਪੈਸਾ ਕਮਾ ਲੈਂਦੇ ਹੋ? ਕਹਿੰਦਾ, ਮੈਂ ਬੇਤਹਾਸ਼ਾ ਕਮਾਉਂਦਾ, ਮੈਨੂੰ ਨਹੀਂ ਪਤਾ ਕਿਤਨਾ ਪੈਸਾ ਹੈ। ਕਹਿੰਦੇ, ਤੁਹਾਡੇ ਬੈਂਕ ਵਿੱਚ ਕਿਤਨਾ ਪੈਸਾ ਹੈ? ਉਹ ਕਹਿੰਦਾ, ਜੀ ਇਹ ਵੀ ਨਹੀਂ ਮੈਨੂੰ ਪਤਾ ਕਿਤਨਾ ਪੈਸਾ ਹੈ, ਬਹੁਤ ਪੈਸਾ ਹੈ। ਫਿਰ ਸੰਤਾਂ ਨੇ ਬਚਨ ਕੀਤਾ ਕਿ ਹੋਰ ਕਿਤਨਾ ਪੈਸਾ ਕਮਾਉਣਾ ਚਾਹੁੰਦੇ ਹੋ? ਕਹਿੰਦਾ, ਮੈਂ ਬਹੁਤ ਪੈਸਾ ਕਮਾਉਣਾ ਚਾਹੁੰਦਾ। ਫਿਰ ਜੋ ਪ੍ਰਸ਼ਨ ਸੰਤਾਂ ਨੇ ਕੀਤਾ, ਸਾਧ ਸੰਗਤ ਜੀ, ਅਸੀਂ ਸਾਰੇ ਆਪਣੇ ਆਪ ਅੰਦਰ ਉਹ ਸਵਾਲ ਕਰਿਆ ਕਰੀਏ, ਰੋਜ਼ ਭਟਕ ਰਹੇ ਹਾਂ ਅਸੀਂ।
ਸੰਤ ਜੀ ਮਹਾਰਾਜ ਜੀ ਨੇ ਸਵਾਲ ਕੀਤਾ, ਆਰ ਯੂ ਐਟ ਪੀਸ? ਟੁੰਬ ਗਿਆ ਉਸ ਨੂੰ। ਹੈਨਰੀ ਫੋਰਡ ਨੂੰ ਇਹ ਸਵਾਲ ਟੁੰਬ ਗਿਆ, ਕਹਿੰਦਾ ਨੋ, ਆਈ ਐਮ ਨਾਟ ਐਟ ਪੀਸ, ਆਈ ਐਮ ਗ੍ਰੇਟਲੀ ਸਟ੍ਰੈਸਡ। You seem to be a spiritual person, help me in getting peace। ਸੰਤ ਜੀ ਮਹਾਰਾਜ ਜੀ ਨੇ ਬਚਨ ਕੀਤਾ ਕਿ ਭਾਈ ਜੇ ਤੂੰ ਪੀਸ ਚਾਹੁੰਦਾ ਹੈ ਤੇ ਜੋ ਤੈਨੂੰ ਵੈਲਥ ਕ੍ਰੀਏਟ ਕਰ ਰਿਹਾ ਹੈ, ਇਸ ਵੈਲਥ ਨੂੰ ਲੋੜਮੰਦਾਂ ਨਾਲ ਸ਼ੇਅਰ ਕਰ। ਜਿਨ੍ਹਾਂ ਕੋਲ ਖਾਣ ਨੂੰ ਨਹੀਂ ਹੈ ਉਹਨਾਂ ਨੂੰ ਖਾਣ ਦੀ ਨਾਲ ਮਦਦ ਕਰ। ਜੇ ਇਹ ਤੂੰ ਵੈਲਥ ਸ਼ੇਅਰ ਕਰ ਦੇਂਗਾ ਤਾਂ ਤੈਨੂੰ ਪੀਸ ਮਿਲੇਗਾ। ਨਾਲ ਹੀ ਸੰਤਾਂ ਨੇ ਆਪਣਾ ਸਿਮਰਨਾ ਹੈਨਰੀ ਫੋਰਡ ਨੂੰ ਦੇ ਦਿੱਤਾ ਕਿ ਇਹ ਨਾਮ ਜਪਿਆ ਕਰ। ਸੋ ਸਾਧ ਸੰਗਤ ਜੀ, ਸਾਨੂੰ ਵੀ ਇਹ ਰੋਜ਼ ਸਾਨੂੰ ਇਹ ਆਪਣੇ ਆਪ ਨੂੰ ਯਾਦ ਕਰਾਉਣ ਦੀ ਲੋੜ ਹੈ। ਸਫਲ ਜੀਵਨ ਕੀ ਹੈ? ਅਸੀਂ ਕੇਵਲ ਟਾਈਮ ਪਾਸ ਕਰ ਰਹੇ ਹਾਂ ਜਾਂ ਜੀਵਨ ਸਫਲਾ ਕਰ ਰਹੇ ਹਾਂ? ਸਫਲ ਸਫਲ ਪਈ ਸਫਲ ਜਾਤਰਾ, ਆਵਨ ਜਾਨ ਰਹੇ ਮਿਲ ਸਾਦਾ। ਦੁਬਾਰਾ ਸਾਧੂ ਦੀ ਸੰਗਤ ਦੀ ਗੱਲ ਹੋ ਗਈ। ਇੱਕੋ ਹੀ ਤਰੀਕਾ ਹੈ ਸਫਲ ਜੀਵਨ ਦਾ ਕਿ ਆਣਾ ਜਾਣਾ ਖਤਮ ਹੋ ਜਾਏ। ਇਹ ਟੈਸਟ ਹੈ। ਅਸੀਂ ਉਸ ਰਸਤੇ ਤੇ ਅੱਗੇ ਚੱਲਣਾ ਹੈ। ਇਸ ਜੀਵਨ ਵਿੱਚ ਜਿਤਨਾ ਰਸਤਾ ਤੈਅ ਹੋ ਜਾਏ ਉਤਨਾ ਅਸੀਂ ਕਰ ਲਈਏ। ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੇ ਮਨ ਲਾਗਾ ਹਰ ਰੰਗ। ਸੋ ਜਿਹੜੇ ਸੰਤਾਂ ਦਾ ਹਰੀ ਨਾਲ ਜੁੜੇ ਹੋਏ ਹਨ, ਉਹਨਾਂ ਦਾ ਸੰਗ ਹੀ ਸਫਲ ਜੀਵਨ ਹੈ। ਪਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੈ ਨਾ ਕਾਮ। ਪੰਜਵੇਂ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ, ਹੋਰ ਤੈਨੂੰ ਕੋਈ ਕੰਮ ਨਹੀਂ ਹੈ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੇਵਲ ਸ਼ਬਦ ਦਾ ਪ੍ਰਯੋਗ ਕੀਤਾ ਮਹਾਰਾਜ ਨੇ। ਪੰਜਵੇਂ ਪਾਤਸ਼ਾਹ ਨੂੰ ਕੇਵਲ ਸ਼ਬਦ ਦਾ ਪ੍ਰਯੋਗ ਕਰਨਾ ਪੈ ਗਿਆ ਹੈ ਕਿਉਂਕਿ ਸਾਨੂੰ ਗੱਲ ਸਮਝ ਨਹੀਂ ਆਉਂਦੀ। ਇੱਕੋ ਹੀ ਕੰਮ ਹੈ, ਨਾਮ ਜਪੀਏ, ਸੇਵਾ ਕਰੀਏ। ਸੇਵਾ ਕਰਤ ਹੋਏ ਨੇਹ ਕਾਮੀ, ਤਿਸਕੋ ਹੋਤ ਪ੍ਰਾਪਤ ਸੁਆਮੀ। ਸੋ ਸਾਧ ਸੰਗਤ ਜੀ, ਸਾਰੇ ਅਸੀਂ ਇੱਥੇ ਇਕੱਠੇ ਹੋਏ ਹਾਂ। ਸਹਿਜ ਸੁਭਾਏ ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਦੀ ਗੱਲ ਭਾਈ ਸਾਹਿਬ ਨੇ ਕਰ ਦਿੱਤੀ। ਦਾਸ ਦੀ ਤਾਰ ਉਸ ਪਾਸੇ ਤੁਰ ਪਈ। ਅਸੀਂ ਇਹ ਵਿਚਾਰਿਆ ਕਰੀਏ ਰੋਜ਼ ਸੌਣ ਤੋਂ ਪਹਿਲਾਂ ਕਿ ਜੋ ਇਹ ਜੀਵਨ ਮਿਲਿਆ ਹੈ, ਅੱਜ ਦਾ ਜੋ ਮੇਰੀ ਅੱਜ ਦੀ ਸਾਰੀ ਜਿਸ ਤਰ੍ਹਾਂ ਦਿਨ ਮੇਰਾ ਬੀਤਿਆ ਹੈ, ਇਹ ਸਫਲ ਜੀਵਨ ਵੱਲ ਤੁਰਿਆ ਹੈ ਜਾਂ ਆਰਡੀਨਰੀ ਲਾਈਫ ਨਾਲ ਮੈਂ ਉਹ ਕੀਮਤੀ ਜੋ ਮੈਨੂੰ ਸਮਾਂ ਮਿਲਿਆ ਸੀ ਉਹ ਵੇਸਟ ਮੈਂ ਕਰ ਦਿੱਤਾ ਹੈ, ਟਾਈਮ ਪਾਸ ਕਰ ਦਿੱਤਾ ਹੈ। ਮਹਾਪੁਰਸ਼ ਬਾਬਾ ਇਕਬਾਲ ਸਿੰਘ ਜੀ ਕਹਿੰਦੇ ਸੀ 3 ਗੁਣ ਹੁੰਦੇ ਹਨ ਗੁਰਸਿੱਖ ਦੇ। ਪਹਿਲਾ ਧੀਰਜਤਾ, ਪੇਸ਼ੈਂਸ। दूसरा गंभीरता, सीरियसनेस। तीसरा सहनशीलता, फॉरबेयरेंस, टॉलरेंस। ਅਸੀਂ ਸੋਚੀਏ ਜੇ ਇਹ 3 ਗੁਣ ਸਾਡੇ ਬੱਚਿਆਂ ਵਿੱਚ ਆ ਜਾਣ ਤੇ ਇਹ ਸਾਰੀ ਦੁਨੀਆ ਸਵਰਗ ਬਣ ਜਾਏ। ਇੱਕੋ ਹੀ ਇੱਕ ਤਰੀਕਾ ਹੈ ਸ਼ਾਂਤੀ ਸਥਾਪਿਤ ਕਰਨ ਦਾ। ਇੱਕੋ ਹੀ ਇੱਕ ਤਰੀਕਾ ਹੈ ਇਸ ਯੁੱਗ ਵਿੱਚ ਖੁਸ਼ੀਆਂ ਲਿਆਉਣ ਦਾ ਕਿ ਅਸੀਂ ਬੱਚਿਆਂ ਨੂੰ ਗੁਰੂ ਨਾਲ ਜੋੜ ਦਈਏ, ਬੱਚਿਆਂ ਵਿੱਚ ਅਧਿਆਤਮ ਗੁਣ ਪੈਦਾ ਕਰੀਏ। ਸੰਤ ਜੀ ਮਹਾਰਾਜ ਜੀ ਨੇ ਇਹ ਬੂਟਾ ਲਗਾਇਆ ਸੀ 1906 ਵਿੱਚ। ਆਪ ਜੀ ਦੇ ਸੇਵਕ ਸੰਤ ਤੇਜਾ ਸਿੰਘ ਮਹਾਰਾਜ ਜੀ ਨੇ ਉਸ ਬੂਟੇ ਨੂੰ ਦੁਬਾਰਾ ਸਰਜੀਵ ਕੀਤਾ। ਬੜੂ ਸਾਹਿਬ ਦੀ ਹਿਮਾਲਿਆ ਪਰਬਤ ਦੀ ਧਰਤੀ ਵਿੱਚ ਉਹ ਸਥਾਨ ਪ੍ਰਕਟ ਕਰਕੇ ਜਿੱਥੋਂ ਆਪ ਜੀ ਦੇ ਸੇਵਕ ਸੰਤ ਬਾਬਾ ਇਕਬਾਲ ਸਿੰਘ ਜੀ ਤੇ ਉਹਨਾਂ ਦੇ ਗੁਰ ਭਾਈ ਡਾਕਟਰ ਖੇਮ ਸਿੰਘ ਜੀ ਨੇ ਮਿਲ ਕੇ
ਉਸ ਬੂਟੇ ਨੂੰ ਪ੍ਰਫੁੱਲਿਤ ਕੀਤਾ। 1986 ਵਿੱਚ 6 ਬੱਚਿਆਂ ਨਾਲ ਉਹ ਸਕੂਲ ਸ਼ੁਰੂ ਹੋਇਆ ਸੀ। ਅੱਜ 5 ਪ੍ਰਾਂਤਾਂ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ ਤੇ ਉੱਤਰ ਪ੍ਰਦੇਸ਼ ਵਿੱਚ 129 ਸਕੂਲ ਬਣ ਗਏ ਹਨ। ਸਾਰੇ ਦੇ ਸਾਰੇ ਸਕੂਲ ਪੇਂਡੂ ਇਲਾਕਿਆਂ ਵਿੱਚ ਹਨ। 70,000 ਬੱਚਾ ਸਵੇਰੇ ਪਹਿਲਾਂ ਨਿਤਨੇਮ ਕਰਦਾ ਹੈ, ਉਪਰੰਤ ਦੁਨਿਆਵੀ ਵਿੱਦਿਆ ਲੈਂਦਾ ਹੈ। ਔਰ ਦੁਨਿਆਵੀ ਵਿੱਦਿਆ ਵੀ ਉਸ ਲੈਵਲ ਦੀ, ਉਸ ਕੋਟੇ ਦੀ ਕਿ ਇਸ ਸਾਲ ਜਦ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਦੇ ਰਿਜ਼ਲਟ ਆਏ ਤੇ ਸਾਡਾ ਇੱਕ ਮਾਨਸਾ ਜ਼ਿਲ੍ਹੇ ਦਾ ਪਿਛੜਿਆ ਇਲਾਕਾ ਜਗਾਰਾਮ ਤੀਰਥ ਪਿੰਡ ਦੀ ਬੱਚੀ ਪੂਰੇ ਪੰਜਾਬ ਵਿੱਚ ਸੈਕਿੰਡ ਆਈ ਹੈ। 496 ਨੰਬਰ ਲੈ ਕੇ 99.2% ਮਾਰਕਸ ਲੈ ਕੇ CBSE ਦੇ 12ਵੀਂ ਦੇ ਇਮਤਿਹਾਨ ਵਿੱਚ ਉਹ ਬੱਚੀ ਸੈਕਿੰਡ ਆਈ ਹੈ। 10 ਜ਼ਿਲ੍ਹਿਆਂ ਵਿੱਚ ਜੋ CBSE ਦੇ ਟੌਪਰਸ ਹਨ, ਡਿਸਟ੍ਰਿਕਟ ਟੌਪਰਸ, 10 ਜ਼ਿਲ੍ਹਿਆਂ ਵਿੱਚ ਅਕਾਲ ਅਕੈਡਮੀ ਬੜੂ ਸਾਹਿਬ ਦੇ ਵਿਦਿਆਰਥੀ ਹਨ। ਇਹ ਕਿਵੇਂ ਹੋਇਆ? ਕਿਉਂਕਿ ਇਹ ਬੱਚੇ ਨਾਮ ਨਾਲ ਜੁੜੇ ਹਨ, ਉਹਨਾਂ ਦੀ ਕਨਸੈਂਟਰੇਸ਼ਨ ਵੱਧ ਗਈ ਹੈ। ਅਸੀਂ ਜਰਾ ਸੋਚੀਏ ਕਿ ਜਦ ਇਹ ਬੱਚੇ ਜਿਨ੍ਹਾਂ ਦੇ ਅੰਦਰ ਨਾਮ ਵਸਿਆ ਹੋਇਆ ਹੈ, ਜਿਨ੍ਹਾਂ ਦੇ ਅੰਦਰ ਪਿਆਰ ਵਸਿਆ ਹੋਇਆ, ਜਿਨ੍ਹਾਂ ਦੇ ਅੰਦਰ ਦਇਆ, ਧਰਮ ਤੇ ਕਰੁਣਾ ਦੀ ਭਾਵਨਾ ਧਸੀ ਹੋਈ ਹੈ, ਜਦ ਇਹ ਬੱਚੇ ਜਾ ਕੇ ਮੈਨੇਜਰੀਅਲ ਜੌਬਸ ਵਿੱਚ ਪੈਣਗੇ, ਚਾਹੇ ਉਹ ਡਿਪਟੀ ਕਮਿਸ਼ਨਰ ਬਣਨ ਤੇ ਚਾਹੇ ਅਮਰੀਕਾ ਆ ਕੇ ਮੈਨੇਜਰ ਬਣਨ, ਜਿੱਥੇ ਜਿਸ ਨੂੰ ਵੀ ਛੋਹਣਗੇ ਉਸ ਵਿੱਚ ਠੰਡ ਪਹੁੰਚਾਉਣਗੇ। ਉਸ ਨੂੰ ਪਿਆਰ ਦਾ ਜੋ ਮੈਸੇਜ ਹੈ ਗੁਰੂ ਨਾਨਕ ਦਾ, ਜੋ ਪੀਸ ਦਾ ਮੈਸੇਜ ਹੈ ਗੁਰੂ ਨਾਨਕ ਦਾ, ਜੋ ਸਰਬੱਤ ਦੇ ਭਲੇ ਦਾ ਮੈਸੇਜ ਹੈ ਗੁਰੂ ਨਾਨਕ ਦਾ, ਉਹ ਸਾਰਿਆਂ ਵਿੱਚ ਉਹ ਵੰਡਣਗੇ। ਸੋ ਸਾਧ ਸੰਗਤ ਜੀ, ਇਨ ਸਕੂਲਾਂ ਵਿੱਚ 70,000 ਬੱਚੇ ਪੜ੍ਹ ਰਹੇ ਹਨ। ਜੇ ਅਸੀਂ ਅੱਜ ਦੀ ਸਮੱਸਿਆ ਦੇਖੀਏ, ਪੰਜਾਬ ਦੀ ਸਮੱਸਿਆਵਾਂ ਕੀ ਹਨ, ਬੜਾ ਅਫਸੋਸ ਆਉਂਦਾ ਹੈ। ਸਾਡੇ ਪਿੰਡਾਂ ਦੇ ਲੋਕਾਂ ਦੀ ਲੈਂਡ ਹੋਲਡਿੰਗਸ 85% ਵਿਲੇਜਰਸ ਦਾ ਲੈਂਡ ਹੋਲਡਿੰਗ 2.5 ਕਿੱਲੇ ਤੋਂ ਘੱਟ ਹੈ। ਇਸ ਦਾ ਮਤਲਬ ਅਨਸਸਟੇਨੇਬਲ ਹੈ। ਇੰਡਸਟਰੀ ਉੱਥੇ ਅਸੀਂ ਡਿਵੈਲਪ ਨਹੀਂ ਕੀਤੀ। ਸਾਡੇ ਬੱਚੇ 2.5 ਕਿੱਲੇ ਜਿਸ ਕੋਲ ਜ਼ਮੀਨ ਹੋਏ, ਉਹ ਕਿਵੇਂ ਬੱਚੇ ਦੀ ਐਜੂਕੇਸ਼ਨ ਅਫੋਰਡ ਕਰ ਪਾਏਗਾ? ਬੱਚੇ ਨੂੰ ਜੇ ਅਸੀਂ ਸਪਾਂਸਰ ਕਰਦੇ ਹਾਂ, ਉਹਦੀ ਜਿਹੜੀ ਈਅਰਲੀ ਫੀਸ ਹੈਗੀ ਹੈ $500 ਹੈਗੀ ਹੈ, ਵਿਚ ਇਨਕਲੂਡਸ ਸਕੂਲ ਫੀਸ, ਟਿਊਸ਼ਨ ਫੀ, ਯੂਨੀਫਾਰਮ, ਕਿਤਾਬਾਂ, ਟਰਾਂਸਪੋਰਟੇਸ਼ਨ, ਐਵਰੀਥਿੰਗ ਉਹਦੇ ਵਿੱਚ ਆ ਜਾਂਦਾ ਹੈ। ਅਤੇ ਜੇ ਅਸੀਂ ਇੱਕ ਬੱਚੇ ਦੀ ਲਾਈਫ ਟਾਈਮ ਸਪਾਂਸਰਸ਼ਿਪ ਕਰਦੇ ਹਾਂ, 14 ਸਾਲ ਦੀ ਕੰਪਲੀਟ ਪੜ੍ਹਾਈ ਅਸੀਂ ਸਪਾਂਸਰ ਕਰ ਸਕਦੇ ਹਾਂ $4,000। ਆਪਣੀ ਟੈਕਸ ਐਗਜ਼ੈਂਪਟ ਚੈਰਿਟੀ ਹੈਗੀ, ਅਸੀਂ ਕ੍ਰੈਡਿਟ ਕਾਰਡਸ ਲੈ ਰਹੇ ਹਾਂ, ਚੈੱਕ ਲੈ ਰਹੇ ਹਾਂ, ਕੈਸ਼ ਲੈ ਰਹੇ ਹਾਂ। ਸੋ ਜਿਸ ਤਰ੍ਹਾਂ ਵੀ ਆਪ ਜੀ ਸੇਵਾ ਕਰ ਸਕਦੇ ਹੋ ਤੇ ਵੱਧ ਚੜ ਕੇ ਹਿੱਸਾ ਪਾਈਏ। ਬਾਕੀ ਥੈਂਕ ਯੂ ਸੋ ਮਚ ਪੂਰੀ ਗੁਰੂ ਘਰ ਦੀ ਕਮੇਟੀ ਦਾ, ਪ੍ਰੈਜ਼ੀਡੈਂਟ ਜੀ ਦਾ, ਜਿੰਦਰਵੀਰ ਜੀ ਦਾ, ਡਾਕਟਰ ਵੇਦਾ ਜੀ ਦਾ, ਸੋ ਸਾਰੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ